अस्सलामुअलैकुम। वालेकुम सलाम। ਵੀਰ ਜੀ ਕੀ ਹਾਲ ਹੈ ਤੁਹਾਡਾ? शुक्र है अल्लाह दा। ਆਪਣਾ ਨਾਂ ਕੀ ਜੇ? मोहम्मद रमजान ਇਲਾਕਾ ਕਿਹੜਾ ਜੇ? बुरे वाला ਮਾਸ਼ਾਅੱਲਾ। ਇਹ ਦੱਸੋ ਤੁਹਾਡੇ ਫਾਰਮ ਤੇ ਟੋਟਲ ਕਿੰਨੀਆਂ ਮੱਝਾਂ ਨੇ? 100 मजी। ਮਾਸ਼ਾਅੱਲਾ ਇੱਕ ਲਾਈਨ ਇਹ ਲੱਗੀ ਹੈ ਤੇ ਇੱਕ ਲਾਈਨ ਉਹ ਅੰਦਰ ਲੱਗੀ ਹੈ। हाँ जी। ਉਧਰ ਕਿੰਨੇ ਕੇ ਜਾਨਵਰ ਨੇ ਤੇ ਇੱਧਰ ਕਿੰਨੇ ਕੇ ਜਾਨਵਰ ਨੇ? इधर 50 डंगर है उधर भी 50 डंगर। ਅੱਛਾ, ਉਹ ਸ਼ੈੱਡ ਦੇ ਅੰਦਰ ਜਾਨਵਰ ਨੇ, ਇਹ ਸ਼ੈੱਡ ਤੋਂ ਬਾਹਰ ਜਾਨਵਰ ਨੇ। ਦੋਵਾਂ ਜਾਨਵਰਾਂ ਦੀ ਵੰਡ ਕਿਉਂ ਕੀਤੀ ਹੈ? ਇਹ ਵੰਡ ਯਾਨੀ ਕਿ ਖੁੱਲੇ ਖੁੱਲੇ ਹੋ ਗਏ ਡੰਗਰ ਆਸਾਨੀ ਨਾਲ ਚਾਰਾ ਖਾ ਸਕਦੇ। ਧਾਰ ਵਾਲੇ ਜਾਨਵਰ ਕਿੰਨੇ ਜਿਹੜੀ ਚੁਆਈ ਕਰਦੇ ਹੋ ਕਿਹੜੇ ਜਾਨਵਰ ਨੇ? ਤਕਰੀਬਨ 75 ਹੈ ਉਹ ਵਿੱਚ ਹੀ। ਮਾਸ਼ਾਅੱਲਾ 75 ਜਾਨਵਰਾਂ ਤੋਂ ਰੋਜ਼ ਦਾ ਕਿੰਨੇ ਕਿਲੋ ਜਾਂ ਮਨ ਦੁੱਧ ਹਾਸਲ ਕਰ ਲੈਂਦੇ ਹੋ? ਤਕਰੀਬਨ ਸਵੇਰ 250 ਕਿਲੋ ਹੁੰਦਾ ਹੈ ਔਰ ਸ਼ਾਮ ਨੂੰ 250 ਕਿਲੋ। ਯਾਨੀ ਕਿ 500 ਕਿਲੋ ਦੁੱਧ ਦੇਣ ਵਾਲਾ ਜੀ ਡੇਰੀ ਫਾਰਮ ਹੈ, ਪਹਿਲਾ ਡੇਰੀ ਫਾਰਮ ਹੈ ਜਿੱਥੋਂ ਰੋਜ਼ਾਨਾ ਅਲਹਮਦੁਲਿਲਾ 500 ਕਿਲੋ ਦੁੱਧ ਹਾਸਲ ਹੁੰਦਾ ਹੈ। ਹਾਂਜੀ। ਅੱਛਾ, ਸਭ ਤੋਂ ਵੱਧ ਤੁਹਾਡੇ ਡੇਰੇ ਤੇ ਕੋਈ ਮੱਝ ਕਿੰਨਾ ਕੁ ਦੁੱਧ ਦਿੰਦੀ ਹੈ? ਤਕਰੀਬਨ 12 ਕਿਲੋ 13 ਕਿਲੋ ਦੀ ਦੁੱਧ ਮੱਝ ਦਿੰਦੀ। 12-13 ਕਿਲੋ ਤੇ ਐਵਰੇਜ ਹੋਏਗੀ ਨਾ? ਹਾਂਜੀ। ਵੈਸੇ ਕਟੇ ਹੋਏ ਹੁਣ ਜੇ ਬਾਰਿਸ਼ਾਂ ਦੀ ਵਜ੍ਹਾ ਤੋਂ ਪੱਠੇ ਨਹੀਂ ਹੋਏ, ਕੱਟ ਪੱਠੇ ਪੈ ਰਹੇ। ਬਾਰਿਸ਼ਾਂ ਵਿੱਚ ਜ਼ਰਾ ਥੋੜਾ ਮਾੜਾ ਰਿਹਾ ਕੰਮ। ਹਾਂਜੀ। ਅੱਛਾ, ਗਾਈਆਂ ਕਿੰਨੀਆਂ ਜੇ? ਤਕਰੀਬਨ ਹੈ ਕੋਈ 8-10 ਗਾਈਆਂ। 8-10 ਗਾਈਆਂ ਦਾ ਦੁੱਧ ਮਿਕਸ ਸੇਲ ਕਰਦੇ ਹੋ? ਨਾ ਜੀ, ਅਲੱਗ ਅਲੱਗ। ਉਹ ਗਾਈਆਂ ਦਾ ਦੁੱਧ ਕਿੰਨਾ ਕੁ ਹੋ ਜਾਂਦਾ ਜੇ? ਤਕਰੀਬਨ ਉਹਨਾਂ ਦਾ ਹੀ ਹੋ ਜਾਂਦਾ ਕੋਈ 60-70 ਕਿਲੋ। 60-70 ਕਿਲੋ। ਅੱਛਾ, ਇਹ ਦੱਸੋ ਮੱਝਾਂ ਤੇ ਲਾਈਨ ਮਾਸ਼ਾਅੱਲਾ ਲੱਗੀ ਹੈ, ਸੋਹਣੀ ਲਾਈਨ ਹੈ, ਅੱਲਾ ਨਜ਼ਰੇ ਬਦ ਤੋਂ ਬਚਾਏ। ਇਹਨਾਂ ਦੀ ਨਸਲ ਦਾ ਪਤਾ ਜੀ ਕਿਹੜੀ ਕਿਹੜੀ ਨਸਲ ਹੈ? ਨਸਲ ਜ਼ਿਆਦਾ ਦੇਸੀ ਵਿੱਚ ਪਾਈ ਜਾਂਦੀ। ਦੇਸੀ ਹੈ? ਬੂਰੇ ਵਾਲੀ ਸਾਈਡ ਤੋਂ ਲਿਆਉਂਦੀ। ਯਾਨੀ ਕਿ ਬੁਰੇ ਵਾਲਾ ਸਾਈਡ ਤੇ ਅਰਵ ਵਾਲਾ ਸਾਈਡ ਤੋਂ ਆਮ ਤੌਰ ਤੇ ਨੀਲੀ ਦਾ ਜਾਨਵਰ ਮਿਲਦਾ ਹਾਂਜੀ ਹੈ। ਹਾਂਜੀ ਤੁਹਾਡੇ ਕੋਲ ਵੀ ਉਹੀ ਉਸੇ ਜੂ ਦਾ ਜਾਨਵਰ ਹੈ? ਹਾਂਜੀ। ਠੀਕ। ਇਹ ਦੱਸੋ ਇਹ ਟੋਟਲ ਆਪਣੀ ਸ਼ੈੱਡ ਦੀ ਲੰਬਾਈ ਦੱਸ ਸਕਦੇ ਹੋ? ਮਾਸ਼ਾਅੱਲਾ ਵਾਵਾ ਲੰਮੀ ਲਾਈਨ ਹੈ। ਇਹ 12 ਕਨਾਲ ਹੈ, ਤੋੜ ਸੜਕ ਤੱਕ ਤੋੜ ਸੜਕ ਤੱਕ। 12 ਕਨਾਲ। ਠੀਕ ਹੈ। ਅੱਛਾ ਬਾਈ ਜੀ, ਨਾ ਦੱਸਿਓ ਕਿ ਤੁਹਾਡੇ ਕੋਲ ਵੱਧ ਤੋਂ ਵੱਧ ਮੱਝ ਨੇ ਕਿੰਨਾ ਦੁੱਧ ਦਿੱਤਾ ਹੈ? ਤਕਰੀਬਨ 12 ਕਿਲੋ ਜਾਂ 18 ਕਿਲੋ। ਜਿਹੜੀ ਚੰਗੀ ਮੱਝ ਰੋਈਆਂ ਆ ਜਾਂਦੀ ਹੈ, ਦੁੱਧ ਜ਼ਿਆਦਾ ਹੋਏ, ਉਹ 3.5-4 ਲੱਖ ਰੁਪਏ ਦੀ ਲੱਭ ਜਾਂਦੀ ਹੈ ਤੇ ਉਹਦਾ ਦੁੱਧ ਜ਼ਿਆਦਾ ਹੁੰਦਾ। ਠੀਕ ਹੈ, 3-4 ਲੱਖ ਰੁਪਏ ਦੀ? ਬਹੁਤ ਮਹਿੰਗੀ ਨਹੀਂ? ਨਹੀਂ ਜੀ, ਰੋਈ ਚ ਮਿਲਦੀ ਹੈ ਜੀ ਤੇ 18 ਕਿਲੋ ਦੁੱਧ ਹੋਏ ਤੇ ਫਿਰ ਰੋਜ਼ਾਨਾ 120 ਰੁਪਏ ਕਿਲੋ ਤੋਂ ਸਿਆਲ ਕੱਟੇ ਦੁੱਧ ਦੇ। ਠੀਕ। ਨਸਲੀ ਮੈਂ ਦੇ ਰੇਟ ਕਾਫੀ ਨੇ। ਤੇ ਫਿਰ ਉਹਦਾ ਰੇਟ ਕਿੰਨੇ ਬੰਦੇ ਮਿਲ ਕੇ ਇਹਨਾਂ ਸਾਰਿਆਂ ਡੰਗਰਾਂ ਨੂੰ ਸੰਭਾਲ ਰਹੇ ਹੋ? 8 ਬੰਦੇ ਨੇ। 8 ਬੰਦੇ? ਹਾਂਜੀ। 8 ਬੰਦਿਆਂ ਦਾ ਕੀ ਕੀ ਕੰਮ ਹੈ, ਜ਼ਰਾ ਤਰਤੀਬ ਦੱਸਿਓ। ਇਹਨਾਂ ਪੱਠੇ ਵੱਢ ਕੇ ਪਾਣੇ ਨੇ। ਠੀਕ ਹੈ। ਔਰ ਇਹਨਾਂ ਬਕਾਇਆ ਗੋਇਆ ਵਗੈਰਾ ਚੁੱਕ ਕੇ ਤੇ ਬਸ ਫਾਰਿਗ। ਯਾਨੀ ਧਾਰਾਂ ਕਿੰਨੇ ਕੱਢਣੀਆਂ ਨੇ ਇਹਨਾਂ ਬੰਦਿਆਂ ਹੀ? ਇੰਨਾ ਹੀ ਬਕਾਇਆ। ਉਹਨਾਂ ਨੇ ਕੰਮ ਵੰਡੇ ਨੇ ਆਪਸ ਵਿੱਚ? ਨਹੀਂ ਜੀ, ਇਕੱਠੇ ਹੀ ਕਰਦੇ। ਇਕੱਠੇ ਸਾਰੇ ਕੰਮ ਕਰਦੇ ਨੇ? ਅਗਰ ਧਾਰਾਂ ਕੱਢਣੀਆਂ ਉਹ ਵੀ ਇਕੱਠੀਆਂ ਕੱਢਣੀਆਂ ਨੇ? ਇਕੱਠੀਆਂ ਹੀ ਕਰਦੇ। ਜ਼ਬਰਦਸਤ ਜੀ। ਨਾਜ਼ਰੀਨ ਵਾਸਤੇ ਬੜੀ ਅਹਿਮ ਗੱਲ ਹੈ ਕਿ 8 ਬੰਦੇ ਇਕੱਠੇ ਹੀ ਉਹਨਾਂ ਨੇ ਇਹ ਸਾਰੇ ਕੰਮ ਨੂੰ ਸੰਭਾਲਿਆ ਹੋਇਆ। ਅੱਛਾ, ਇਹ ਦੱਸੋ ਕਿ ਇਹ ਜਿਹੜੇ ਮਾਸ਼ਾਅੱਲਾ ਸਾਰੇ ਤੁਹਾਡੇ ਡੰਗਰ ਨੇ, ਇਹਨਾਂ ਵਿੱਚ ਲਹਿਰੀਆਂ ਕਿੰਨੀਆਂ ਨੇ? ਇਹਦੇ ਵਿੱਚ 75 ਹੈ। 75 ਲਹਿਰੀਆਂ? ਉਹ ਪਹਿਲੇ ਅਸੀਂ ਪੁੱਛ ਬੈਠੇ ਹਾਂ। ਲੇਕਿਨ ਇਹ ਦੱਸੋ ਕਿ ਜਿਹੜੀਆਂ ਖਾਂਗੜੀਆਂ ਨੇ ਉਹਨਾਂ ਦਾ ਵੀ ਦੁੱਧ ਤੁਹਾਨੂੰ ਨਾਲ ਮਿਲ ਰਿਹਾ ਹੋਏਗਾ? ਨਹੀਂ ਨਹੀਂ, ਇਹ ਅਲੱਗ ਅਲੱਗ ਹੀ ਪਾਰਸਲ ਹੁੰਦਾ ਹੈ। ਇਹਦਾ ਇੱਕ ਸਪੈਸ਼ਲ ਪਾਰਸਲ ਵਾਸਤੇ ਉਹ ਅਲੱਗ ਸਾਈਡ ਤੇ ਉਹ ਜਿਹੜਾ ਕਮਰਾ ਨਹੀਂ, ਉੱਥੇ ਸਿਰਫ ਪੈਕਿੰਗ ਹੁੰਦੀ ਹੈ, ਅਲੱਗ ਪੈਕਿੰਗ ਦੇ ਜ਼ਰੀਏ। ਨਹੀਂ, ਜਿਹੜੀਆਂ ਮੱਝਾਂ ਦੁੱਧ ਨਹੀਂ ਖਾਂਗੜੀਆਂ ਨਹੀਂ ਸੁੱਕ ਗਈਆਂ ਨੇ ਜਾਂ ਗੱਭਣ ਹੋ ਗਈਆਂ ਨੇ, ਉਹਨਾਂ ਦਾ ਵੀ ਦੁੱਧ ਮਿਲ ਰਿਹਾ ਹੋਏਗਾ ਤੁਹਾਨੂੰ? ਨਹੀਂ ਜੀ, ਉਹਨਾਂ ਦਾ ਨਹੀਂ ਮਿਲ ਰਿਹਾ, ਉਹਨਾਂ ਦਾ ਨਹੀਂ ਲੈ ਰਹੇ? ਨਹੀਂ ਨਹੀਂ, ਚਾਹੁੰਦੇ ਵੀ ਨਹੀਂ। ਕਿੱਥੇ ਵੇਚ ਰਹੇ ਹੋ ਦੁੱਧ? ਦੁੱਧ ਸਿਆਲਕੋਟ ਹੀ ਵੇਚਦੇ ਨੇ, ਅੱਡਿਆਂ ਤੇ ਡਿਫੈਂਸਾਂ 'ਚ ਅੱਗੇ। ਸਹੀ ਹੈ। ਉਹ ਆਪ ਹੀ ਲੈ ਕੇ ਜਾਂਦੀ ਹੈ ਦੁੱਧ ਗੱਡੀ? ਵੀ ਨਹੀਂ, ਗੱਡੀਆਂ ਇਹਨਾਂ ਦੀਆਂ ਆਪਣੀਆਂ ਨੂੰ ਆਪ ਹੀ ਸੇਲ ਕਰਕੇ ਆਉਂਦੇ ਨੇ। ਆਪ ਹੀ ਸੇਲ ਕਰਕੇ ਆਉਂਦੇ ਨੇ। ਠੀਕ ਹੋ ਗਿਆ। ਅੱਛਾ, ਇਹ ਦੱਸੋ ਕਿ ਇੰਨੇ ਸਾਰੇ ਮਾਸ਼ਾਅੱਲਾ ਡੰਗਰਾਂ ਵਾਸਤੇ ਕਿੰਨੇ ਪੱਠੇ ਬੀਜੇ ਜਾਂਦੇ ਨੇ? ਇਹਨਾਂ ਦੇ ਤਕਰੀਬਨ 25-30 ਕਿੱਲਾ ਪੱਠੇ। 25-30 ਕਿੱਲੇ? ਹਾਂਜੀ। ਉਹ ਸਾਲ ਜਨਾਂ ਤੇ ਪੂਰੇ ਹੋ ਜਾਂਦੇ ਨੇ? ਨਹੀਂ, ਸਾਲ ਨਹੀਂ ਹੈ, 6 ਮਹੀਨੇ ਬਾਅਦ ਫਿਰ ਦੁਬਾਰਾ ਬੀਜੇ ਜਾਂਦੇ। 6 ਮਹੀਨਿਆਂ ਬਾਅਦ ਫਿਰ ਦੁਬਾਰਾ? ਜ਼ਾਹਿਰ ਹੈ ਕਿ ਸਾਲ ਦੇ ਵਿੱਚ 25 ਕਿੱਲੇ ਯਾਨੀ 2 ਵਾਰੀ ਬੀਜੇ ਜਾਂਦੇ ਨੇ। ਹਾਂਜੀ। ਉਹ ਪੂਰੇ ਹੁੰਦੇ ਨੇ? ਹਾਂਜੀ। ਠੀਕ ਹੋ ਗਿਆ। ਛੋਟੇ ਜਾ ਕਿੰਨੇ ਨੇ ਤੁਹਾਡੇ ਕੋਲ? ਛੋਟੇ ਤਕਰੀਬਨ ਹੋਣੇ ਨੇ ਕੋਈ 30-35 ਹੋਣੇ। 30-35 ਛੋਟੇ ਜਾ ਨੇ? ਉਹਨਾਂ ਦਾ ਕੀ ਕਰਦੇ ਹੋ? ਉਹਨਾਂ ਦਾ ਵੈਸੇ ਹੀ ਪਾਲ ਕੇ ਤੇ ਫਿਰ ਬਾਅਦ ਵਿੱਚ ਵੇਚਦੇ ਨੇ। ਪਾਲ ਕੇ ਤੇ ਉਹਨਾਂ ਨੂੰ ਵੇਚ ਛੱਡਦੇ ਹੋ? ਹਾਂਜੀ। ਕੱਟੀਆਂ ਵੀ ਵੇਚਦੇ ਹੋ? ਸਭ ਕੁਝ। ਠੀਕ ਹੈ। ਕੱਟੀਆਂ ਜਿਹੜੀਆਂ ਨੇ ਉਹ ਕਿੱਡੀਆਂ ਕਰਕੇ ਵੇਚਦੇ ਹੋ? ਤਕਰੀਬਨ ਕੋਈ ਹੋ ਜਾਂਦੇ 6 ਮਹੀਨੇ ਦੀ, 8 ਮਹੀਨਿਆਂ ਦੀ, ਸਾਲ ਦੀ ਬਾਅਦ ਦੇ ਵੇਚਦੇ ਨੇ। ਪਾਲ ਕੇ ਵੇਚ। ਔਰ ਕੱਟੇ? ਕੱਟੇ ਵੀ ਬਾਅਦ ਵਿੱਚ ਵੇਚ ਦਿੰਦੇ ਨੇ, ਕੋਈ ਸਾਲ ਤੋਂ ਹੋ ਜਾਏ, 6 ਮਹੀਨੇ ਤੋਂ ਹੋ ਜਾਏ, ਕੋਈ ਲੈਣ ਵਾਲਾ ਆ ਜਾਂਦਾ ਦੇ ਛੱਡ। ਸਹੀ ਹੈ। ਅੱਛਾ, ਇਹ ਦੱਸਿਓ ਕਿ 8 ਬੰਦੇ ਕੰਮ ਕਰ ਰਹੇ ਨੇ ਹਾਂਜੀ। ਔਰ ਇਹ ਫਾਰਮ ਹੈ ਮਾਸ਼ਾਅੱਲਾ, ਇਹਦੇ ਤੇ ਡੇਲੀ ਦਾ ਕਿੰਨਾ ਖਰਚਾ ਆ ਰਿਹਾ ਹੋਏਗਾ? ਤਕਰੀਬਨ ਡੇਲੀ ਦਾ ਖਰਚਾ ਹੋ ਜਾਂਦਾ ਹੋਣਾ ਹੈ, ਕੋਈ ਚੋਕਰ ਦੇ ਤਕਰੀਬਨ 8-10 ਲੱਗ ਜਾਂਦੇ ਨੇ ਦਿਹਾੜੀ। 8-10 ਚੋਕਰ ਦੇ ਤੋੜੇ? ਚੋਕਰ ਦੇ ਤੋੜੇ ਲੱਗ ਜਾਂਦੇ ਨੇ। ਪੱਠੇ ਵੀ ਰੋਜ਼ਾਨਾ ਦੀ 6 ਕਨਾਲ 8 ਕਨਾਲ ਪੱਠੇ ਇੱਕ ਟਾਈਮ ਦੇ ਲਿਆਉਣ। ਠੀਕ ਹੈ। ਤੇ ਉਹ ਅੰਦਾਜ਼ਾ ਨਹੀਂ ਦੱਸ ਸਕਦੇ ਪੈਸੇ ਕਿੰਨੇ ਕੁ ਪੈਸੇ ਲੱਗ ਜਾਂਦੇ ਹੋਣਗੇ? ਤਕਰੀਬਨ ਖਰਚਾ ਆ ਜਾਂਦਾ ਹੋਣਾ 80-90 ਹਜ਼ਾਰ ਆ ਜਾਂਦਾ ਉਹਨਾਂ ਦੇ। 80-90 ਯਾਨੀ ਲੱਖ ਦੇ ਕਰੀਬ ਤੁਹਾਡਾ ਖਰਚੇ। ਔਰ ਦੁੱਧ ਦੀ 500 ਕਿਲੋ ਜਿਹੜਾ ਦੁੱਧ ਹੈ ਉਹਦੀ ਕਿੰਨੀ ਇਨਕਮ ਹੋ ਜਾਂਦੀ ਹੈ?
ਕਮ ਹੋ ਜਾਂਦੀ ਹੈ 110-120 ਰੁਪਏ ਕਿਲੋ ਤਾਂ ਦੁੱਧ ਤੋੜ ਕਰ ਪਹੁੰਚਾਉਂਦੇ ਨੇ, ਜਿਨ੍ਹਾਂ ਨੂੰ ਘਰਾਂ ਦੇ ਵਿੱਚ ਤੋੜੀ ਦੁੱਧ ਖਾਲਿਸ ਦੁੱਧ ਦੇ ਵਿੱਚ ਮਿਲਾਵਟ ਨਹੀਂ ਹੋਏਗੀ। ਅੱਛਾ ਇੱਥੇ ਪੈਕਿੰਗ ਹੋਏਗੀ, ਇੱਥੇ ਠੀਕ ਹੈ। ਜਾਂਦਾ ਦੁੱਧ। ਸਹੀ ਹੋ ਗਿਆ। ਅੱਛਾ ਇਹ ਦੱਸੋ ਕਿ ਐਨੇ ਸਾਰੇ ਜਾਨਵਰ ਨੇ, ਇਹਨਾਂ ਦੀ ਹਿਫਾਜ਼ਤ ਕਿੰਜ ਕਰਦੇ ਹੋ? ਫਸਲ ਤਾਂ ਥੋੜੀ ਦੇਰ ਪਹਿਲੇ ਨਵਾ ਕੇ ਲਿਆਂਦੀਆਂ ਨੇ, ਪਹਿਲੇ ਪੱਠੇ ਪਾਣ, ਫਿਰ ਨਵਾਲ ਕੇ ਤੇ ਫਿਰ ਮੱਝਾਂ ਨੂੰ ਉੱਤੇ ਲਿਆਂਦੇ। ਤੇ ਇਹਨਾਂ ਦਾ ਕੋਈ ਡਾਕਟਰ ਵਗੈਰਾ ਵਿਜ਼ਿਟ ਕਰਵਾਉਂਦੇ ਹੋ ਉਹਨਾਂ ਦੀ ਆਮ ਤੌਰ ਤੇ? ਹਾਂਜੀ ਡਾਕਟਰ ਹੀ ਹੈ। ਆਮ ਤੌਰ ਤੇ ਕਿਹੜੀਆਂ ਕੋਈ ਬਿਮਾਰੀਆਂ ਲੱਗਦੀਆਂ ਨੇ ਇਹਨਾਂ ਨੂੰ? ਇਹਨਾਂ ਨੂੰ ਬਿਮਾਰੀਆਂ ਫਿਲਹਾਲ ਤਾਂ ਇਸ ਮਾਲੂਮਾਤ ਨਾਲ ਮੈਨੂੰ ਡਾਕਟਰ ਪੱਕਾ ਰੱਖਿਆ ਜੇ ਕਿ ਜਾਂ ਮਤਲਬ ਬੁਲਾਉਂਦੇ ਹੋ ਪ੍ਰਾਈਵੇਟ ਡਾਕਟਰ? ਆਪ ਨਹੀਂ, ਸਰਕਾਰੀ ਡਾਕਟਰ ਵੀ ਹੁੰਦੇ। ਸਰਕਾਰੀ ਡਾਕਟਰ ਆਉਂਦੇ ਨੇ, ਉਹ ਕਿੰਨੀ ਕੁ ਦੇਰ ਬਾਅਦ ਫਾਰਮ ਦਾ ਵਿਜ਼ਿਟ ਕਰਦੇ ਨੇ? ਕਰ ਲੈਂਦੇ ਨੇ ਹਫਤੇ ਬਾਅਦ, 2 ਹਫ਼ਤੇ ਹਫਤੇ ਬਾਅਦ ਬਾਅਦ? ਬੁਲਾ ਲਈਏ। ਜ਼ਿਆਦਾ ਬਿਮਾਰ ਹੋਣ ਮੱਝਾਂ ਨੂੰ ਫਿਰ ਆਪੇ ਬੁਲਾ ਲਈਏ। ਠੀਕ। ਤੇ ਆਮ ਤੌਰ ਤੇ ਜਦੋਂ ਮੱਝਾਂ ਨੂੰ ਕੋਈ ਥਾਣਾ ਦਾ ਮਸਲਾ ਆ ਜਾਂਦਾ ਹੈ, ਕੋਈ ਅੱਗੇ ਪਿੱਛੇ, ਤੇ ਕੋਈ ਦੇਸੀ ਟੋਟਕਾ ਵੀ ਇਸਤੇਮਾਲ ਕਰਦੇ ਹੋ ਕਿ ਜਾਂ ਡਾਕਟਰ ਦੀ ਮਦਦ ਵੀ ਲੈਂਦੇ ਹੋ? ਨਹੀਂ ਜੀ, ਦਵਾਈਆਂ ਇੱਥੇ ਮੈਂ ਲੈ ਕੋਲ ਮੰਗਾ ਲੈਂਦੇ ਨੇ ਤੇ ਉਹ ਲਾ ਲੋ ਲੈਂਦੇ ਨੇ ਟਿੱਕਿਆ। ਅੱਛਾ, ਆਪਣੀਆਂ ਮੱਝਾਂ ਨੂੰ ਖੁਰਾਕ ਵਿੱਚ ਕੀ ਕੀ ਪਾਉਂਦੇ ਹੋ? ਸਾਰੀ ਗੱਲ ਸਮਝਾਇਓ ਕਿ ਵੰਡਾ ਕਿਹੜਾ, ਕਿਹੜੀ ਮਿਕਦਾਰ ਵਿੱਚ, ਪੱਠੇ, ਸਬਜ਼ੇ। ਹੁਣ ਤੇ ਵੇਖ ਰਹੇ ਪਿਆ ਸਾਬਤ ਪੱਠਾ ਖਾਂਦੇ ਪਏ ਨੇ, ਤੇ ਸਾਬਤ ਪੱਠਾ ਖਾਣ ਨਾਲ ਸੁਣਿਆ ਕਿ ਆਮ ਤੌਰ ਤੇ ਇਹਨਾਂ ਨੂੰ ਛੋਕੜੇ ਦੀ ਬਿਮਾਰੀ ਲੱਗ ਜਾਂਦੀ ਹੈ। ਨਹੀਂ ਜੀ, ਇਹ ਪੱਠੇ ਬਿਲਕੁਲ ਛੋਟੇ ਕੁਤਰਨ ਦੇ ਲਾਇਕ ਦੇ ਨਹੀਂ, ਇਸ ਵਾਸਤੇ ਛੋਟੇ ਪੱਠੇ। ਵੱਡੇ ਤੇ ਤੂੜੀ ਕਿੰਨੀ ਕੁ ਪਾਉਂਦੇ ਹੋ ਵਿੱਚ ਰੋਜ਼ ਦੀ ਇਹਨਾਂ ਨੂੰ? ਤੂੜੀ ਰੋਜ਼ਾਨਾ ਪੈ ਜਾਂਦੀ ਹੈ 10-12 ਮਣ ਇੱਕ ਟਾਈਮ ਦੀ ਸਵੇਰ, ਔਰ ਸ਼ਾਮ ਨੂੰ 10-12 ਮਣ ਸ਼ਾਮ। ਵੰਡਾ ਕਿਹੜਾ ਇਸਤੇਮਾਲ ਕਰਦੇ ਪਏ ਹੋ? ਅਨਮੋਲ। ਅਨਮੋਲ ਵੰਡੇ ਦੇ ਰਿਜ਼ਲਟ ਤੇ ਮੁਤਮਿਨ ਹੋ? ਹਾਂਜੀ। ਤੇ ਫੀ ਜਾਨਵਰ ਵੰਡਾ ਤਕਰੀਬਨ ਕਿੰਨਾ ਕੁ ਪਾਉਂਦੇ ਹੋ ਇੱਕ ਜਾਨਵਰ ਨੂੰ? ਤਕਰੀਬਨ ਸਾਰਿਆਂ ਨੂੰ 10 ਤੋੜੇ ਪੈ ਜਾਂਦੇ, ਸਾਰਿਆਂ ਨੂੰ, ਉਹ ਜਿੰਨਾ ਜਿੰਨਾ ਵੀ ਇਹਨਾਂ ਨੂੰ ਆ ਜਾਂਦਾ? ਜਦੋਂ ਦੁੱਧ ਚੋਣ ਤੋਂ ਪਹਿਲੇ। ਠੀਕ। ਤੇ ਬਾਹਰ ਇਹਨਾਂ ਦੀ ਚਰਾਈ ਵਗੈਰਾ, ਗਰੇਜ਼ਿੰਗ ਵਗੈਰਾ ਕਰਦੇ ਤੇ ਜਾਂ ਬਾਹਰ ਉਂਝ ਹੀ ਤਲਾਬ ਵੀ ਬਣਾਇਆ ਜੇ? ਬਾਹਰ ਤਲਾਅ ਹੈ ਜਿੱਥੇ ਨਵਾਲ ਕੇ ਤੇ ਇੱਥੇ ਲਿਆ ਕੇ ਇਹਨਾਂ ਨੂੰ ਪੱਠੇ ਪੁੱਠੇ ਪਾਣੇ ਨੇ ਬਾਹਰ। ਸਰਦੀ ਗਰਮੀ ਵਿੱਚ ਇੱਥੇ ਰੱਖਦੇ ਹੋ? ਹਾਂਜੀ। ਜਦੋਂ ਸ਼ਦੀਦ ਠੰਡ ਹੁੰਦੀ ਹੈ, 50 ਜਾਨਵਰ ਤੁਹਾਡੇ ਉੱਧਰ ਖੜੇ ਨੇ, ਉਹਨਾਂ ਨੂੰ ਬਿਲਕੁਲ ਤੁਸੀਂ ਕਵਰ ਕਰਦੇ ਹੋ? ਇਹਦੇ ਬਾਕੀ ਉਹ ਜਾਨਵਰ ਅਲੱਗ ਸ਼ੈੱਡ ਹੈ ਉਹ ਸਾਹਮਣੇ। ਅੱਛਾ, ਇੱਕ ਸ਼ੈੱਡ ਹੋਰ ਹੈ। ਦੋਹਾਂ ਸ਼ੈੱਡਾਂ ਵਿੱਚ ਸਰਦੀ ਵਿੱਚ ਇਹਨਾਂ ਨੂੰ ਮਤਲਬ ਅਲੱਗ ਰੱਖਦੇ ਹੋ? ਬਾਹਰ ਧੁੱਪੇ ਕੱਢ ਦਿੰਦੇ। ਠੀਕ। ਅੱਛਾ ਬਾਈ ਜਨ, ਇਹ ਦੱਸਿਓ ਕਿ ਵੰਡਾ ਤੁਸੀਂ ਦੱਸਿਆ ਅਨਮੋਲ, ਇਸ ਤੋਂ ਇਲਾਵਾ ਵੀ ਕੋਈ ਵੰਡਾ ਯੂਜ਼ ਕਰ ਰਹੇ ਹੋ, ਯਾਨੀ ਜਿਹੜਾ ਘਰ ਬਣਾਇਆ ਜਾਂਦਾ ਹੈ, ਖਲ ਜਾਂ ਕੋਈ ਕੋੜੀ ਖਲ ਜਾਂ ਕੁਝ ਹੋਰ? ਨਹੀਂ ਉਹ ਨਹੀਂ ਕਰਦੇ ਪਏ? ਠੀਕ ਹੋ ਗਿਆ। ਗੋਬਰ ਦਾ ਇਸਤੇਮਾਲ ਕਰਦੇ ਹੋ ਜਾਂ ਗੋਬਰ ਜ਼ਾਇਆ ਕਰ ਦਿੰਦੇ ਹੋ? ਨਹੀਂ ਨਹੀਂ, ਗੋਬਰ ਬਾਰੀ ਪੈਲੀਆਂ 'ਚ ਸੁੱਟ ਦਿੰਦੇ। ਪੈਲੀਆਂ ਮਤਲਬ ਆਪਣੇ ਖਾਦ ਦੇ ਤੌਰ ਤੇ ਇਸਤੇਮਾਲ ਕਰਦੇ ਹੋ? ਨਹੀਂ, ਇਹ ਪੱਠੇ ਪੁੱਠੇ ਬੀਜਣ ਤੋਂ ਪਹਿਲੇ ਪੈਲੀਆਂ ਦੇ ਵਿੱਚ ਖਿਲਾਰਦੇ, ਫਿਰ ਫਸਲ ਚੰਗੀ ਹੋ ਜਾਂਦੀ। ਫਸਲ ਚੰਗੀ ਯਾਨੀ ਖਾਦ ਦੇ ਤੌਰ ਤੇ ਇਸਤੇਮਾਲ ਕਰਦੇ ਹੋ? ਠੀਕ। ਅੱਛਾ ਬਾਈ ਜਨ, ਇਹ ਦੱਸਿਓ ਕਿ ਆਮ ਤੌਰ ਤੇ ਜਿਨ੍ਹਾਂ ਨੇ 10 ਜਾਂ 20 ਮੱਝਾਂ ਰੱਖੀਆਂ ਹੁੰਦੀਆਂ ਨੇ, ਉਹਨਾਂ ਵੀ ਬਰੀਡਰ ਰੱਖਿਆ ਹੁੰਦਾ। ਤੁਹਾਡੇ ਕੋਲ ਮਾਸ਼ਾਅੱਲਾ 100 ਮੱਝਾਂ ਨੇ, ਤੁਸੀਂ ਕਿੰਨੇ ਬਰੀਡਰ ਰੱਖੇ ਨੇ? ਸਰ ਤਕਰੀਬਨ ਰੱਖੇ ਨੇ ਦੋ ਬਿਹਤਰੀਨ ਕੰਮ ਚੱਲ ਜਾਂਦਾ ਉਹਨਾਂ ਨਾਲ? ਹਾਂਜੀ। ਠੀਕ ਹੋ ਗਿਆ। ਸਰਦੀ ਤੇ ਗਰਮੀ ਦੀ ਰੂਟੀਨ ਸਾਨੂੰ ਦੱਸਿਓ ਪਹਿਲੇ, ਤੇ ਪੱਠਿਆਂ ਦੀ, ਕਿ ਸਰਦੀ ਤੇ ਗਰਮੀ 'ਚ ਪੱਠੇ ਸੇਮ ਪਾਉਂਦੇ ਹੋ ਜਾਂ ਫਰਕ ਆਉਂਦਾ ਹੈ? ਫਰਕ ਆਉਂਦਾ ਹੈ ਜੀ। ਫਰਕ ਦੱਸਿਓ। ਸਰਦੀਆਂ ਦੇ ਵਿੱਚ ਜਿਹੜਾ ਹੈ ਥੋੜਾ ਖੁਸ਼ਕ ਪੱਠੇ ਪਾਉਣੇ ਚਾਹੀਦੇ, ਠੀਕ ਹੈ। ਜਿਹੜੇ ਤੂੜੀ ਵਗੈਰਾ ਹੋ ਗਿਆ, ਚੋਕਰ। ਹੂੰ। ਤੇ ਗਰਮੀਆਂ ਦੇ ਵਿੱਚ ਜ਼ਿਆਦਾ ਹਰਾ ਹੋਣਾ ਚਾਹੀਦਾ। ਸਹੀ ਹੋ ਗਿਆ। ਤੁਹਾਡੀਆਂ ਮੱਝਾਂ ਇਸ ਟਾਈਮ ਜ਼ਿਆਦਾ ਜਿਹੜੀਆਂ ਨੇ ਉਹ ਖੁੱਲੀਆਂ ਨੇ, ਯਾਨੀ ਇਹ ਜਿਹੜਾ ਹਾਲ ਹੈ ਇਹਦੇ ਵਿੱਚ ਓਪਨ ਤੁਸੀਂ ਮੱਝਾਂ ਰੱਖਦੇ ਹੋ, ਜਿੱਥੇ ਮਰਜ਼ੀ ਉਹ ਆਉਣ ਜਾਣ? ਨਹੀਂ ਜੀ, ਇਹ ਜਦੋਂ ਚੋਣੀਆਂ ਉਦੋਂ ਬਣ ਛੜਨੀਆਂ, ਚੋ ਕੇ ਫੇਰ ਬਣਨੀਆਂ ਨੇ? ਹਾਂਜੀ। ਤੇ ਉਸ ਤੋਂ ਪਹਿਲੇ? ਚੋਣ ਤੋਂ ਪਹਿਲੇ ਬੰਨੀਆਂ ਤੇ ਫਿਰ ਚੋਣ। ਅੱਛਾ, ਤੇ ਉਸ ਤੋਂ ਪਹਿਲੇ ਜਦੋਂ ਪੱਠੇ ਖਾਣੇ ਨੇ ਉਦੋਂ ਤੁਸੀਂ ਇਹਨਾਂ ਨੂੰ ਖੁੱਲਾ ਰੱਖਣਾ ਹੈ? ਹਾਂਜੀ। ਬਾਹਰ ਤੇ ਨਹੀਂ ਇਹਨਾਂ ਨੂੰ ਖੋਲਦੇ? ਇਹਨਾਂ ਨੂੰ ਬਾਹਰ ਨਹੀਂ ਖੋਲਦੇ। ਠੀਕ ਹੈ, ਇੱਥੇ ਹੀ ਖੋਲਦੇ ਹੋ? ਸਹੀ ਹੋ ਗਿਆ। ਅੱਛਾ, ਤੁਹਾਡੇ ਇਸ ਫਾਰਮ ਦੀ ਖਾਸ ਗੱਲ ਕੀ ਹੈ, ਯਾਨੀ ਨਾਜ਼ਰੀਨ ਨੂੰ ਅਸੀਂ ਦੱਸਣਾ ਚਾਹੀਏ ਕਿ ਤੁਹਾਡੀਆਂ ਨਾ 100 ਮੱਝਾਂ ਨੇ, ਇਸ ਤੋਂ ਇਲਾਵਾ ਕਿਹੜੀ ਖਾਸ ਚੀਜ਼ ਹੈ ਇਸ ਫਾਰਮ ਦੇ ਵਿੱਚ ਜਿਹੜੇ ਤੁਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ? ਖਾਸ ਚੀਜ਼ ਇਹ ਹੀ ਕਿ ਜ਼ਿਆਦਾਤਰ ਤਾਂ ਮੈਂ ਸ਼ੌਕ ਤੋਂ ਹੀ ਇਹਨਾਂ ਰੱਖੇ ਉਹਨਾਂ ਨੂੰ। ਵੈਸੇ ਅੱਛਾ, ਕੰਮ ਔਖਾ ਹੈ ਸੌਖਾ ਹੈ? ਹਾਂਜੀ। ਔਖਾ ਕੰਮ ਸਮਝਦੇ ਹੋ ਜਾਂ ਸੌਖਾ ਸਮਝਦੇ ਹੋ? ਕੰਮ ਬਿਲਕੁਲ ਸੌਖਾ ਹੀ, ਔਖਾ ਬਿਲਕੁਲ ਨਹੀਂ। ਅਗਰ ਅੱਛੇ ਤਰੀਕੇ ਨਾਲ ਮੈਨੇਜ ਕੀਤਾ ਜਾਏ, ਨਸਲੀ ਜਾਨਵਰ ਰੱਖੇ ਜਾਣ ਤੇ ਕੰਮ ਤਰੀਕੇ ਨਾਲ ਕੀਤਾ ਜਾਏ ਤੇ ਕੋਈ ਵੀ ਕੰਮ ਸੌਖਾ ਹੀ ਹੁੰਦਾ ਹੈ। ਹਾਂਜੀ। ਅੱਛਾ, ਆਮ ਤੌਰ ਤੇ ਇਹ ਕੰਮ ਦੀ ਇੱਕ ਖੂਬੀ ਦਾ ਛੜੋ ਤੇ ਇੱਕ ਖਾਮੀ ਦਾ ਛੜੋ ਜਿਹੜੀ ਤੁਸੀਂ ਸਮਝਦੇ ਹੋ, ਹਾਂਜੀ। ਕੋਈ ਇੱਕ ਖੂਬੀ ਕੀ ਹੈ ਕੰਮ ਦੀ? ਇਹਦੇ ਵਿੱਚ ਖੂਬੀ ਬੰਦਾ ਅਗਰ 8 ਬੰਦੇ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਪਰੇਸ਼ਾਨੀ ਨਹੀਂ, ਕਿ ਪੈਸੇ ਦੀ ਕੋਈ ਪ੍ਰੋਬਲਮ ਨਹੀਂ, ਤੇ ਕੰਮ ਕੀਤੇ ਜਾਂਦੇ ਤੇ ਮਾਲਕਾਂ ਨੂੰ ਸ਼ੌਕ ਹੈ। ਮਤਲਬ ਇੱਕ ਖੂਬੀ ਹੋ ਗਈ। ਹਾਂਜੀ। ਖਾਮੀ ਕੀ ਹੋਏਗੀ? ਖਾਮੀ ਵੇਖਣੇ ਪਿਆ ਕਿ ਆਮ ਤੌਰ ਤੇ ਬੰਦਾ ਸਾਫ ਸੁਥਰੇ ਕੱਪੜੇ ਨਹੀਂ ਪਾ ਸਕਦਾ, ਛੁੱਟੀ ਬੜੀ ਘੱਟ ਹੈ ਇਸ ਕੰਮ ਵਿੱਚ, ਇੰਜੀ ਗੱਲ? ਨਹੀਂ ਜੀ, ਇਹ ਨਾਕ ਨਹੀਂ ਇਸ ਤਰ੍ਹਾਂ ਕਰਦੇ, ਜਦੋਂ ਮਰਜ਼ੀ ਜਾਏ ਪਿਆ, ਜਦੋਂ ਮਰਜ਼ੀ ਪੈਸੇ ਚਾਹੀਦੇ ਹਨ ਮਿਲ ਜਾਂਦੇ। ਅੱਛਾ, ਬੇਸ਼ੁਮਾਰ ਲੋਕ ਤੁਹਾਨੂੰ ਵੇਖਦੇ ਪਏ ਨੇ, ਪਾਕਿਸਤਾਨੀ ਕਿਸਾਨ ਵੀਰ, ਉਹਨਾਂ ਨੂੰ ਤੁਸੀਂ ਮਤ ਮਸ਼ਵਰਾ ਕੀ ਦੇਣਾ ਪਸੰਦ ਕਰੋਗੇ? ਮਤ ਪਸੰਦ ਮਸਲਨ ਕਿ ਜਾਨਵਰ ਰੱਖਣੇ ਚਾਹੀਦੇ ਨੇ, ਜਿਹੜਾ ਕਮਜ਼ੋਰ ਤਬਕਾ ਹੈ ਉਹਦੇ ਵਾਸਤੇ, ਖੁਸ਼ਹਾਲੀ ਵਾਸਤੇ ਬਿਲਕੁਲ ਡੰਗਰ ਠੀਕ ਨੇ।